फेक एनकाउंटर और मर्डर ਦੇ ਵਿੱਚ ਇੱਕ ਬਹੁਤ ਵੱਡਾ ਡਿਫਰੈਂਸ ਹੈ। ਫੇਕ ਐਨਕਾਊਂਟਰ ਮਰਡਰ ਦੀ ਇੱਕ ਜ਼ਿਆਦਾ ਸੀਰੀਅਸ ਫਾਰਮ ਹੈ। ਫੇਕ ਐਨਕਾਊਂਟਰ ਮਤਲਬ ਇੱਕ ਪੁਲਿਸ ਵਾਲੇ ਦੇ ਹੱਥੋਂ ਹੋਇਆ ਮਰਡਰ ਜਿਹਦੇ ਸਬਸੀਕੁਐਂਟਲੀ ਕਵਰ ਅਪ ਕਰਨ ਲਈ ਉਹਨੇ ਐਵੀਡੈਂਸ ਵੀ ਫੈਬਰਿਕੇਟ ਕੀਤੀ ਹੈ। ਸੋ ਇਹ ਮਰਡਰ ਦੀ ਬਹੁਤ ਜ਼ਿਆਦਾ ਸੀਰੀਅਸ ਫਾਰਮ ਹੈ। ਸੁਮੇਧ ਸਿੰਘ ਸੈਣੀ ਨੇ ਕੁਐਸਚਨਿੰਗ ਦੇ ਦੌਰਾਨ ਕਿਹਾ ਹੈ ਕਿ ਜੀ ਮੈਨੂੰ ਕੁਝ ਨਹੀਂ ਪਤਾ, ਚੰਡੀਗੜ੍ਹ ਪੁਲਿਸ ਵਾਲਿਆਂ ਨੂੰ ਪਤਾ, ਉਹ ਜਵਾਬ ਦੇ ਸਕਦੇ ਆ। ਇੱਕ ਚੀਜ਼ ਹੋ ਗਈ, ਸੁਮੇਧ ਸਿੰਘ ਸੈਣੀ ਨੇ ਆਪ ਬੰਦੇ ਨੂੰ ਟੌਰਚਰ ਕੀਤਾ, ਉਹਦੇ ਲਈ ਉਹ ਲਾਇਬਲ ਹੈ। ਪਰ ਸੁਮੇਧ ਸਿੰਘ ਸੈਣੀ ਨੇ ਝੂਠੇ ਕਾਗਜ਼ ਇਹਨਾਂ ਤੋਂ ਤਿਆਰ ਕਰਵਾਏ। ਇਹ ਪੁਲਿਸ ਵਾਲੇ ਚਾਰੋਂ ਉਹ ਸੀ ਜਿਨ੍ਹਾਂ ਨੇ ਸਾਰੇ ਝੂਠੇ ਡਾਕੂਮੈਂਟਸ ਤਿਆਰ ਕੀਤੇ, ਕਸਟੋਡੀਅਲ ਟੌਰਚਰ ਕੀਤਾ, ਇਲੀਗਲ ਐਬਡਕਸ਼ਨ ਦੇ ਵਿੱਚ ਵੀ ਇਨਵੋਲਵ ਸੀ। ਇਸ ਤੋਂ ਇਲਾਵਾ ਸੀ ਬਲਵੰਤ ਸਿੰਘ ਮੁਲਤਾਨੀ ਦੇ ਸਾਈਨ ਦਿਖਾਏ, ਕਿਵੇਂ ਸਿਟਕੋ ਦੇ ਵਿੱਚ ਜਦੋਂ ਕੰਮ ਕਰਦੇ ਸੀ ਉਹਨਾਂ ਦੀ ਐਪਲੀਕੇਸ਼ਨਸ ਤੇ ਕੀ ਸਾਈਨ ਸੀ। ਉਹ ਸਾਈਨ ਜਮ੍ਹਾਂ ਤਲਾਸ਼ੀ ਤੇ ਹੋਏ ਸਾਈਨ ਤੋਂ ਟੋਟਲੀ ਡਿਫਰੈਂਟ ਹੈ, ਜਿਹਦਾ ਮਤਲਬ ਹੈ ਉਹ ਜਾਲੀ ਸਾਈਨ ਕੀਤੇ ਗਏ ਆ। ਉਹ ਤਿੰਨ ਪੁਲਿਸ ਵਾਲੇ, ਇੱਕ ਪੁਲਿਸ ਵਾਲਾ ਹਰ ਜਗ੍ਹਾ ਡਾਕੂਮੈਂਟ ਸਾਈਨ ਕਰਦਾ ਹੈ, ਦੂਜੇ ਦੋ ਐਜ਼ ਵਿਟਨੈਸ ਸਾਈਨ ਕਰਦੇ ਆ। 29 ਸਾਲ ਤੋਂ ਜਿਹੜੇ ਸਿਸਟਮ ਦੇ ਵਿੱਚ ਇੱਕ FIR ਰਜਿਸਟਰ ਨਹੀਂ ਹੋਣ ਦਿੱਤੀ ਸੁਮੇਧ ਸੈਣੀ ਨੇ ਜਾਂ ਉਹਦੇ ਨਾਲ ਰਲੇ ਹੋਏ ਪੁਲਿਸ ਵਾਲਿਆਂ ਨੇ, ਹੁਣ ਆਪਣਾ ਇਨਫਲੂਐਂਸ ਯੂਜ਼ ਕਰਕੇ ਉਹਨਾਂ ਨੇ ਨਹੀਂ ਹੋਣ ਦਿੱਤੀ, ਤੇ ਓਬਵੀਅਸ ਹੈ ਕਿ ਤਫਤੀਸ਼ ਦੇ ਵਿੱਚ ਵੀ ਉਹ ਅੜਚਨਾ ਪਾਉਣਗੇ। ਕੀ ਤੁਹਾਨੂੰ ਲੱਗਦਾ ਪੰਜਾਬ ਪੁਲਿਸ ਨੂੰ ਜੇ ਦੁਬਾਰਾ ਤਫਤੀਸ਼ ਕਰਦੀ ਉਹ FIR ਦੇਖੀ ਜਾ ਸਕਦੀ ਹੈ CBI ਦੀ, ਉਸ ਦੇ ਬਿਹਾਵ ਉੱਤੇ ਵੀ ਅੱਗੇ ਕਿਤੇ ਇਨਕੁਆਇਰੀ ਕਰ ਸਕਦੀ ਹੈ? ਪੰਜਾਬ ਪੁਲਿਸ ਰਿਕਾਰਡ ਲੈਂਦੀ ਹੈ, ਉਹ CBI ਤੋਂ ਮੰਨ ਲਓ ਰਿਕਾਰਡ ਲੈਂਦੇ ਆ, ਤਾਂ ਵਿਟਨੈਸਿਸ ਦੀਆਂ ਸਟੇਟਮੈਂਟਸ ਆਉਣਗੀਆਂ ਉਹਨਾਂ ਕੋਲ, ਉਹੀ ਵਿਟਨੈਸਿਸ ਨੂੰ ਦੁਬਾਰਾ ਬੁਲਾ ਕੇ ਉਹਨਾਂ ਦੀ ਸਟੇਟਮੈਂਟ ਪੁੱਛੀ ਜਾਊਗੀ ਮੌਜੂਦਾ CM ਸਾਹਿਬ ਤੇ ਐਲੀਗੇਸ਼ਨ ਲਾਏ, ਜੋ ਕਿ ਬਿਲਕੁਲ ਗਲਤ ਹੈ ਔਰ ਝੂਠ ਹੈ। ਇਸ ਕੇਸ ਦੇ ਵਿੱਚ ਕਿਤੇ ਪੋਲੀਟੀਕਲ ਚੀਜ਼ ਹੁੰਦੀ ਤਾਂ 3 ਸਾਲ ਪਹਿਲਾਂ ਹੀ FIR ਰਜਿਸਟਰ ਹੁੰਦੀ। ਜੋ ਸੁਮੇਧ ਸਿੰਘ ਸੈਣੀ ਦੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਦਿਖਾਉਣ ਦੀ ਕਿ ਮੇਰੇ ਪਿੱਛੇ ਬੜੀਆਂ ਵੱਡੀਆਂ ਫੋਰਸਿਸ ਕੰਮ ਕਰ ਰਹੀਆਂ। ਇਹ ਵੀ ਐਵੀਡੈਂਟ ਹੈ ਕਿ ਸੁਮੇਧ ਸਿੰਘ ਸੈਣੀ ਦਾ ਕਿਤੇ ਨਾ ਕਿਤੇ ਉਹਦੀ ਹੈਲਪ ਹੋ ਰਹੀ ਹੈ ਪੁਲਿਸ ਸਰਕਲ ਦੇ ਵਿੱਚ। ਐਵੀਡੈਂਟ ਹੈ ਇਸ ਫੈਕਟ ਤੋਂ ਕਿ ਜਿੱਦਣ FIR ਰਜਿਸਟਰ ਹੋਈ ਹੈ ਉਸੇ ਦਿਨ ਸੁਮੇਧ ਸੈਣੀ ਨੂੰ ਪਤਾ ਵੀ ਲੱਗ ਗਿਆ ਔਰ ਉਹਨਾਂ ਨੇ ਭੱਜਣ ਦੀ ਵੀ ਕੋਸ਼ਿਸ਼ ਕੀਤੀ ਹੈ। ਅਖਬਾਰਾਂ 'ਚ ਵੀ ਆਇਆ ਕਿ ਕਿਸ ਤਰ੍ਹਾਂ ਹਿਮਾਚਲ ਬਾਰਡਰ 'ਤੇ ਗਏ ਹੈ। ਚੰਡੀਗੜ੍ਹ ਪੁਲਿਸ ਨੇ ਸੈਣੀ 'ਤੇ ਪਰਚਾ ਨਹੀਂ ਦਿੱਤਾ। 88 ਦੀ ਕਾਰਵਾਈ ਤਾਂ ਹੋਣੀ ਚਾਹੀਦੀ ਸੀ ਕਿ ਵੀ ਤੂੰ ਕਰਫਿਊ ਦੇ ਦੌਰਾਨ ਕਿਵੇਂ ਬਾਹਰ ਚਲਾ ਗਿਆ, ਕੋਈ ਸਰਵਿੰਗ DGP ਤਾਂ ਹੈ ਨਹੀਂ, ਉਹ ਵੀ ਨਹੀਂ ਹੋਇਆ ਸੁਮੇਧ ਸੈਣੀ ਦਾ। ਹੁਣ ਜਿਹੜੀ ਪੰਜਾਬ ਪੁਲਿਸ ਤੇ ਸ਼ਾਇਦ ਤੁਸੀਂ ਜਾਂ ਮੈਂ ਨਾ ਫੇਥ ਕਰਦੇ, ਉਸ ਪੰਜਾਬ ਪੁਲਿਸ ਨੇ ਪਰਚਾ ਦੇ ਦਿੱਤਾ। ਹੁਣ ਉਹ ਇੱਜ਼ਤ ਦੇ ਰਹੇ ਆ ਸੈਣੀ ਨੂੰ, ਮੈਂ ਹੈਰਾਨ ਹਾਂ। ਪਰਚਾ ਤਾਂ ਇੱਕ ਵਾਰੀ ਹੋ ਗਿਆ ਔਰ ਜਿੱਤ ਮੈਂ ਤੁਹਾਡੀ ਚੈਨਲ ਤੇ ਵੀ ਕਹਿ ਦਿੰਦਾ, ਇਨਸਾਫ ਦੀ ਜਿੱਤ ਹੋਊਗੀ। ਅਸੀਂ ਇਨਸਾਫ ਮੰਗ ਰਹੇ ਹਾਂ, ਅਸੀਂ ਗਲਤ ਨਹੀਂ ਹਾਂ। ਮੁਸ਼ਕਿਲਾਂ ਰੱਬ ਨੇ ਵਧਾਉਣੀਆਂ ਤਾਂ ਰੱਬ ਵਧਾ ਕੇ ਹਟੂ, ਨਿਕਲਣ ਅਸੀਂ ਨਹੀਂ ਦੇਣਾ। ਕਿਉਂਕਿ ਮੈਨੂੰ ਇੰਨੇ ਲੋਕਾਂ ਨੇ ਫੋਨ ਕੀਤੇ, ਇੰਨਿਆਂ ਨੇ ਮੈਸੇਜ ਪਾਏ ਹੈ ਅਨਨੋਨ ਨੰਬਰਸ ਤੋਂ ਕਿ ਜੀ ਤੁਹਾਡੇ ਲਈ ਸਾਡੀਆਂ ਅਰਦਾਸਾਂ, ਸੁਮੇਧ ਸੈਣੀ ਨੇ ਆਹ ਗਲਤ ਕੰਮ ਕੀਤੇ, ਆਹ ਕੀਤੇ, ਅਤੇ ਅਸੀਂ ਪ੍ਰੇ ਕਰਦੇ ਹਾਂ ਕਿ ਤੁਸੀਂ ਜਿੱਤੋ। ਇਹ ਜਿੱਤ ਸਿਰਫ ਇਨਸਾਫ ਦੀ ਤੇ ਤੁਹਾਡੀਆਂ ਅਰਦਾਸਾਂ ਦੀ ਹੋਣੀ ਹੈ। ਸਾਡੀ ਮਿਹਨਤ ਦਾ ਕੋਈ ਉਹਦੇ 'ਚ ਰੋਲ ਨਹੀਂ ਹੋਣਾ। ਅਸੀਂ ਮਿਹਨਤ ਪਹਿਲਾਂ ਵੀ ਕਰਦੇ ਰਹੇ, ਅੱਗੇ ਵੀ ਕਰਦੇ ਰਹਾਂਗੇ, ਪਰ ਰੱਬ ਦਾ ਕਰਿਸ਼ਮਾ ਹੋਊਗਾ, ਕਿਉਂਕਿ ਉਹ ਕਹਿੰਦੇ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ। ਸੁਮੇਧ ਸਿੰਘ ਸੈਣੀ ਦਾ ਜਿਸ ਤਰੀਕੇ ਨਾਲ ਕੇਸ ਜਿਹੜਾ ਉਹ ਮੀਡੀਆ ਦੀ ਸੁਰਖੀਆਂ ਬਣਿਆ ਹੋਇਆ, ਤੇ ਦੂਜੇ ਪਾਸੇ ਇੱਕ ਹੋਰ ਖਬਰ ਆ ਰਹੀ ਹੈ ਕਿ ਕੱਲ ਚੰਡੀਗੜ੍ਹ ਪੁਲਿਸ ਦੇ ਜਿਹੜੇ 4 ਆਫੀਸਰ ਹੈਗੇ ਸੀ ਸੁਮੇਧ ਸੈਣੀ ਨਾਲ, ਉਹਨਾਂ ਦੀ ਜ਼ਮਾਨਤ ਹੋ ਗਈ ਹੈ। ਜ਼ਮਾਨਤ ਕਿਉਂ ਹੋਈ ਹੈ, ਕੀ ਕਾਰਨ ਹੈਗੇ ਨੇ, ਆਪਾਂ ਵਿਰਕ ਜੀ ਕੋਲ ਜਾਣਾਂਗੇ, ਕਿਉਂਕਿ ਸਾਰਾ ਹੀ ਕੇਸ ਇਹ ਦੇਖਦੇ ਨੇ। ਤਾਂ ਅੱਗੇ ਕਿਸ ਤਰੀਕੇ ਨਾਲ ਜਾ ਕੇ ਹੁਣ ਕੋਰਟ ਵਿੱਚ ਦਲੀਲ ਦੇਣਗੇ ਜਾਂ ਕੋਰਟ ਵਿੱਚ ਕਿਹੜੇ ਹੁਣ ਅੱਗੇ ਸਬੂਤ ਰੱਖਣਗੇ, ਆਪਾਂ ਵਿਰਕ ਸਾਹਿਬ ਕੋਲ ਹੀ ਜਾਣਾਂਗੇ। ਪਰ ਇੱਕ ਗੱਲ ਕਹਿਣੀ ਜ਼ਰੂਰੀ ਹੈ ਕਿ ਜਿਸ ਤਰੀਕੇ ਨਾਲ ਪੇਸ਼ੀ ਹੋਈ ਹੈ ਹੁਣ ਸੁਮੇਧ ਸਿੰਘ ਸੈਣੀ ਦੀ ਸਿੱਟ ਅੱਗੇ ਪੇਸ਼ੀ ਹੋਈ ਹੈ, ਉਸ ਵਿੱਚ ਕਿਸੇ ਵੀ ਮੀਡੀਆ ਪਰਸਨ ਨੂੰ ਉਹਨਾਂ ਦੇ ਨਾਲ ਰੂਬਰੂ ਨਹੀਂ ਹੋਣ ਦਿੱਤਾ ਗਿਆ। ਆਪਾਂ ਵਿਰਕ ਸਾਹਿਬ ਨਾਲ ਗੱਲ ਕਰਾਂਗੇ ਕਿ ਇਸ ਕੇਸ ਨੂੰ ਲੈ ਕੇ ਹੁਣ ਅੱਗੇ ਉਹ ਕੀ ਕਰਦੇ ਨੇ। ਜੇ ਜ਼ਮਾਨਤ ਹੋਈ ਹੈ ਤੇ ਅਫਸਰਾਂ ਨੇ ਜ਼ਮਾਨਤ ਦੇ ਵਿੱਚ ਕਿਹੜੀ ਦਲੀਲਾਂ ਦਿੱਤੀਆਂ ਨੇ। ਸਰ ਪਹਿਲਾ ਸਵਾਲ ਇਹ ਹੈ ਕਿ ਕੱਲ ਜਿਸ ਤਰੀਕੇ ਨਾਲ 4 ਆਫੀਸਰ ਦੀ ਚੰਡੀਗੜ੍ਹ ਦੇ ਉਹਨਾਂ ਦੀ ਜ਼ਮਾਨਤ ਹੋ ਗਈ ਹੈ, ਤਾਂ ਕਿਹੜੀਆਂ ਇਹੋ ਜਿਹੀ ਦਲੀਲਾਂ ਦਿੱਤੀਆਂ ਗਈਆਂ ਨੇ ਜਿਨ੍ਹਾਂ ਨਾਲ ਉਹਨਾਂ ਦੀ ਜ਼ਮਾਨਤ ਹੋਈ ਹੈ? ਦੇਖੋ, ਪ੍ਰਾਈਮਰੀਲੀ ਜਦੋਂ ਸੁਮੇਧ ਸਿੰਘ ਸੈਣੀ ਨੂੰ ਜ਼ਮਾਨਤ ਮਿਲ ਗਈ ਸੀ, ਇਹਨਾਂ ਨੇ ਆਪਣੇ ਕੇਸ ਦੀ ਬੇਸ ਆਹੀ ਰੱਖੀ ਸੀ ਕਿ ਸੁਮੇਧ ਸਿੰਘ ਸੈਣੀ ਨੂੰ ਜ਼ਮਾਨਤ ਮਿਲ ਚੁੱਕੀ ਹੈ, ਕੇਸ ਪੁਰਾਣਾ ਹੈ ਔਰ ਇੰਨੀ ਦੇਰ ਬਾਅਦ ਇੰਸਟੀਟਿਊਟ ਕੀਤਾ ਗਿਆ ਹੈ, ਔਰ ਸੁਮੇਧ ਸਿੰਘ ਸੈਣੀ ਨੂੰ ਮਿਲਣ ਕਰਕੇ ਇਹਨਾਂ ਦਾ ਵੀ ਰੋਲ ਬਣਦਾ ਔਰ ਇਨਵੈਸਟੀਗੇਸ਼ਨ ਜੁਆਇਨ ਕਰਨ ਲਈ ਤਿਆਰ ਨੇ। ਉਸ ਤੋਂ ਇਲਾਵਾ ਇਹਨਾਂ ਨੇ ਇਹ ਵੀ ਕਿਹਾ ਸੀ ਕਿ ਕੇਸ, ਕਿਉਂਕਿ ਇਹਨਾਂ ਨੇ ਕੋਈ ਝੂਠਾ ਕੇਸ ਨਹੀਂ ਰਜਿਸਟਰ ਕੀਤਾ, ਕਿਸੇ ਨੂੰ ਮਾਰਿਆ ਨਹੀਂ, ਸੋ ਉਹ ਪਲੀਜ਼ ਨੂੰ ਲੈ ਕੇ ਇਹਨਾਂ ਨੇ ਅਗਰਿਮ ਜ਼ਮਾਨਤ ਪਾਈ ਸੀ ਔਰ ਉਹ ਇਹਨਾਂ ਦੀ ਮਨਜ਼ੂਰ ਹੋਈ ਹੈ। ਹੁਣ ਸੁਮੇਧ ਸਿੰਘ ਸੈਣੀ ਨੂੰ ਜਦੋਂ ਜ਼ਮਾਨਤ ਮਿਲ ਗਈ ਸੀ, ਹਾਲਾਂਕਿ ਸੁਮੇਧ ਸਿੰਘ ਸੈਣੀ ਔਰ ਇਹਨਾਂ ਦਾ ਕੇਸ ਆਪਸ ਦੇ ਵਿੱਚ ਬਹੁਤ ਡਿਫਰੈਂਟ ਫੁਟਿੰਗ 'ਤੇ ਸੀ, ਅਸੀਂ ਉਹ ਸਾਰੀਆਂ ਚੀਜ਼ਾਂ ਪੁਆਇੰਟ ਆਊਟ ਵੀ ਕੀਤੀਆਂ, ਪਰ ਇਹਨਾਂ ਦੀਆਂ ਉਹਨਾਂ ਦਲੀਲਾਂ ਦੇ ਉੱਤੇ ਇਹਨਾਂ ਨੂੰ ਅਗਰਿਮ ਜ਼ਮਾਨਤ ਮਨਜ਼ੂਰ ਹੋਈ ਹੈ। ਜਿਸ ਕਿ ਤੁਸੀਂ ਦਲੀਲਾਂ ਦੀ ਗੱਲ ਕੀਤੀ ਆ, ਜ਼ਮਾਨਤ ਮਨਜ਼ੂਰ ਹੋ ਗਈ ਹੈ, ਕਿ ਇਸ ਤਰੀਕੇ ਨਾਲ ਹੋਇਆ ਵੀ ਜਿਵੇਂ ਕਿ ਵੱਡੇ ਆਫੀਸਰ ਨੂੰ ਜ਼ਮਾਨਤ ਮਿਲ ਗਈ ਹੋਵੇ, ਬਾਕੀ ਜਿਹੜੇ ਛੋਟੇ ਆਫੀਸਰ ਹੈਗੇ ਨੇ ਉਹਨਾਂ ਨੂੰ ਆਟੋਮੈਟਿਕਲੀ ਬੇਲ ਹੋ ਜਾਂਦੀ, ਜ਼ਮਾਨਤ ਮਿਲ ਜਾਂਦੀ ਹੈ। ਕਿਤੇ ਕੋਰਟ ਇਸ ਉੱਪਰ ਪੈਰਵੀ ਕਰਦਾ? ਦੇਖੋ, ਇਹ ਡਿਸਕ੍ਰਿਸ਼ਨ ਹੁੰਦੀ ਹੈ ਆਨਰੇਬਲ ਕੋਰਟ ਦੀ ਕਿ ਉਹ ਕਿਹੜੀਆਂ ਗਰਾਊਂਡਸ ਉੱਤੇ ਜ਼ਮਾਨਤ ਦੇਣੀਆਂ ਠੀਕ ਸਮਝਣ, ਜਾਂ ਉਹਨਾਂ ਨੂੰ ਕਿੱਥੇ ਲੱਗਦਾ ਹੈ ਕਿ ਇਹਨਾਂ ਆਫੀਸਰਸ ਨੂੰ ਕਸਟਡੀ ਦੇ ਵਿੱਚ ਲੈਣ ਦੀ ਲੋੜ ਨਹੀਂ ਹੈ। ਹੁਣ ਇੱਥੇ ਸੁਮੇਧ ਸਿੰਘ ਸੈਣੀ ਔਰ ਇਹ 4 ਚੰਡੀਗੜ੍ਹ ਪੁਲਿਸ ਦੇ ਰਿਟਾਇਰਡ ਪੁਲਿਸ ਆਫੀਸ਼ਲਸ, ਇਹਨਾਂ ਦੇ ਨਾਲ ਮੈਂ ਕੰਪੈਰੀਜ਼ਨ ਕਰ ਦਿੰਦਾ ਐਕਸਪਲੇਨ ਕਰਨ ਲਈ ਕਿ ਕੀ ਫਰਕ ਹੈ। ਪਹਿਲਾਂ ਬੈਕਗਰਾਊਂਡ ਕੇਸ ਦੀ ਤੁਹਾਨੂੰ ਵੈਸੇ ਦਰਸ਼ਕਾਂ ਨੂੰ ਪਤਾ ਹੀ ਹੈ, ਪਰ ਫਿਰ ਵੀ ਕਲੈਰਿਟੀ ਵਾਸਤੇ ਮੈਂ ਐਕਸਪਲੇਨ ਕਰਦਾ।
ਕਿ 91 ਦੇ ਵਿੱਚ ਬਲਵੰਤ ਸਿੰਘ ਮੁਲਤਾਨੀ ਨੂੰ ਮਾਰ ਦਿੱਤਾ ਗਿਆ ਬਾਈ ਪੁਲਿਸ ਆਫੀਸ਼ੀਅਲਸ ਔਨ ਦੀ ਡਾਇਰੈਕਸ਼ਨਸ ਆਫ ਸੁਮੇਧ ਸਿੰਘ ਸੈਣੀ। ਉਸ ਤੋਂ ਬਾਅਦ ਐਵੀਡੈਂਸ ਫੈਬਰੀਕੇਟ ਕੀਤੀ ਗਈ। ਹੁਣ ਇੱਥੇ ਇੱਕ ਚੀਜ਼ ਜਾਣਨੀ ਬਹੁਤ ਜ਼ਰੂਰੀ ਹੈ। ਬਹੁਤ ਵਾਰੀ ਅਸੀਂ ਇੱਕ ਲਫ਼ਜ਼ ਇਸਤੇਮਾਲ ਕਰ ਦਿੰਦੇ ਹਾਂ, ਫੇਕ ਐਨਕਾਊਂਟਰ, ਇੱਕ ਫਰੇਜ਼ ਯੂਜ਼ ਕਰ ਦਿੰਦੇ ਹਾਂ। ਫੇਕ ਐਨਕਾਊਂਟਰ ਔਰ ਮਰਡਰ ਦੇ ਵਿੱਚ ਇੱਕ ਬਹੁਤ ਵੱਡਾ ਡਿਫਰੈਂਸ ਹੈ। ਫੇਕ ਐਨਕਾਊਂਟਰ ਮਰਡਰ ਦੀ ਇੱਕ ਜ਼ਿਆਦਾ ਸੀਰੀਅਸ ਫਾਰਮ ਹੈ। ਫੇਕ ਐਨਕਾਊਂਟਰ ਮਤਲਬ ਇੱਕ ਪੁਲਿਸ ਵਾਲੇ ਦੇ ਹੱਥੋਂ ਹੋਇਆ ਮਰਡਰ ਜਿਹਦੇ ਸਬਸੀਕੁਐਂਟਲੀ ਕਵਰ ਅਪ ਕਰਨ ਲਈ ਉਹਨੇ ਐਵੀਡੈਂਸ ਵੀ ਫੈਬਰੀਕੇਟ ਕੀਤੀ ਹੈ। ਸੋ ਇਹ ਮਰਡਰ ਦੀ ਬਹੁਤ ਜ਼ਿਆਦਾ ਸੀਰੀਅਸ ਫਾਰਮ ਬਣ ਜਾਂਦੀ ਹੈ। ਹੁਣ ਇਸ ਕੇਸ ਦੇ ਵਿੱਚ 91 ਦੇ ਵਿੱਚ ਬਲਵੰਤ ਸਿੰਘ ਮੁਲਤਾਨੀ ਨੂੰ ਐਲੀਮੀਨੇਟ ਕੀਤਾ ਗਿਆ। ਉਸ ਫੇਕ ਐਨਕਾਊਂਟਰ ਨੂੰ ਇਹਨਾਂ ਨੇ ਸ਼ੋਅ ਕੀਤਾ, ਕਵਰ ਅਪ ਕੀਤਾ, ਇਹ ਕਹਿ ਕੇ ਕਿ ਉਹ ਪ੍ਰੋਕਲੇਮਡ ਕਸਟਡੀ 'ਚੋਂ ਭੱਜ ਗਿਆ ਔਰ ਬਾਅਦ 'ਚ ਪ੍ਰੋਕਲੇਮਡ ਅਫੈਂਡਰ ਡਿਕਲੇਅਰ ਕੀਤਾ ਗਿਆ। ਜਦੋਂ ਇਹ ਕੇਸ 2007 ਦੇ ਵਿੱਚ ਅਪੀਲ ਦੇ ਵਿੱਚ ਪੈਂਡਿੰਗ ਸੀ, ਉਦੋਂ ਆਨਰੇਬਲ ਹਾਈ ਕੋਰਟ ਨੇ ਪ੍ਰੋਕਲੇਮਡ ਅਫੈਂਡਰਸ ਲੱਭਣ ਦੇ ਆਰਡਰਸ ਕੀਤੇ, ਜਿਹਦੇ ਤਹਿਤ 2 ਐਪਲੀਕੇਸ਼ਨਸ ਆਈਆਂ ਦਵਿੰਦਰਪਾਲ ਭੁੱਲਰ ਵੱਲੋਂ ਐਂਡ ਮੁਲਤਾਨੀ ਦੇ ਫਾਦਰ ਵੱਲੋਂ ਕਿ ਵੀ ਇਹ ਪੀਓ ਗਲਤ ਡਿਕਲੇਅਰ ਕੀਤੇ ਗਏ, ਪ੍ਰੋਕਲੇਮਡ ਅਫੈਂਡਰਸ ਨਹੀਂ ਸੀ, ਇਹਨਾਂ ਨੂੰ ਐਲੀਮੀਨੇਟ ਕੀਤਾ ਗਿਆ ਬਾਈ ਸੁਮੇਧ ਸਿੰਘ ਸੈਣੀ। ਉਹ ਇਨਵੈਸਟੀਗੇਸ਼ਨ ਸੀਬੀਆਈ ਨੂੰ ਗਈ, 9 ਮਹੀਨੇ ਤਫਤੀਸ਼ ਹੋਈ, 70 ਵਿਟਨੈਸ ਐਗਜ਼ਾਮਿਨ ਹੋਏ, ਫਿਰ ਸੀਬੀਆਈ ਦੀ ਐਫਆਈਆਰ ਰਜਿਸਟਰ ਹੋਈ। ਸਟੇਟ ਆਫ ਪੰਜਾਬ ਨੇ ਔਰ ਸੁਮੇਧ ਸਿੰਘ ਸੈਣੀ ਨੇ ਇਸ ਚੀਜ਼ ਨੂੰ ਆਨਰੇਬਲ ਸੁਪਰੀਮ ਕੋਰਟ ਚੈਲੰਜ ਕੀਤਾ ਔਰ ਸੁਪਰੀਮ ਕੋਰਟ ਨੇ 7 ਦਸੰਬਰ 2011 ਨੂੰ ਇਸ ਕੇਸ ਨੂੰ ਕੁਐਸ਼ ਕੀਤਾ। ਇਹ ਕਹਿੰਦੇ ਆ ਮੈਰਿਟਸ ਨੂੰ ਟੱਚ ਨਹੀਂ ਕੀਤਾ ਕਿਤੇ ਵੀ, ਪਰ ਉਹਨਾਂ ਨੇ ਇਹ ਕਿਹਾ ਕਿ ਕਿਉਂਕਿ ਸੀਬੀਆਈ ਨੂੰ ਇਨਵੈਸਟੀਗੇਸ਼ਨ ਦੇਣ ਦਾ ਆਰਡਰ ਜੂਰਿਸਡਿਕਸ਼ਨ ਤੋਂ ਬਿਯੋਂਡ ਸੀ, hence investigation goes, लेकिन fresh proceedings can be initiated by the parties to the litigation। ਹੁਣ ਉਹਦਾ clear evident ਮਤਲਬ ਇਹੀ ਹੈ ਕਿ ਦੁਬਾਰਾ ਕੰਪਲੇਂਟ ਦੇ ਕੇ ਕ੍ਰਿਮੀਨਲ ਪ੍ਰੋਸੀਡਿੰਗਸ ਇਨੀਸ਼ੀਏਟ ਕੀਤੀਆਂ ਜਾ ਸਕਦੀਆਂ। ਇਹ ਸਿੰਪਲ ਜੀ ਚੀਜ਼ ਸੀ ਉਹਦੀ। ਉਸ ਤੋਂ 2 ਮਹੀਨੇ ਬਾਅਦ ਸੁਮੇਧ ਸੈਣੀ ਡੀਜੀਪੀ ਬਣ ਗਏ, ਸੋ ਕੰਪਲੇਂਟ ਕੋਈ ਅੱਗੇ ਆਈ ਨਹੀਂ। ਹੁਣ ਉਹਨਾਂ ਦੀ ਰਿਟਾਇਰਮੈਂਟ ਤੋਂ ਬਾਅਦ ਮੁਲਤਾਨੀ ਦੇ ਫਾਦਰ ਜਿਹੜੇ ਕੇਸ ਪਰਸਿਊ ਕਰ ਰਹੇ ਸੀ, ਉਹਨਾਂ ਦੀ ਡੈਥ ਹੋ ਗਈ ਸੀ, ਸੋ ਹੁਣ ਉਹਨਾਂ ਦੇ ਬ੍ਰਦਰ ਨੇ ਆ ਕੰਪਲੇਂਟ ਦਿੱਤੀ ਹੈ ਜਿਹਦੇ 'ਤੇ ਆ ਸਾਰਾ ਕੇਸ ਸ਼ੁਰੂ ਹੋਇਆ। ਹੁਣ ਬੇਸਿਕ ਪੁਆਇੰਟ ਹੈ ਸੁਮੇਧ ਸੈਣੀ ਦਾ 4 ਚੰਡੀਗੜ੍ਹ ਪੁਲਿਸ ਵਾਲਿਆਂ ਦਾ ਕੀ ਡਿਫਰੈਂਸ ਹੈ, ਰੋਲ ਕੀ ਹੈ ਇਹਨਾਂ ਦਾ। ਸੀਬੀਆਈ ਨੇ ਵੀ ਐਫਆਈਆਰ 'ਚ ਕਿਹਾ ਸੀ ਕਿ ਟਾਰਚਰ, ਕਸਟੋਡੀਅਲ ਟਾਰਚਰ and subsequent elimination was on the directions of Sumedh Singh Saini. Custodial torture was even in the presence of Sumedh Singh Saini. Sumedh Singh Saini ਨੇ ਜੋ ਉਦੋਂ ਪ੍ਰੋਸੀਕਿਊਸ਼ਨ ਨੇ ਵੀ ਕੋਰਟ ਦੇ ਵਿੱਚ ਆਰਗਿਊ ਕੀਤਾ ਇਹਨਾਂ 4 ਦੀ ਅਪੀਲ ਦੇ ਵਿੱਚ, ਇਹ ਕਿਹਾ ਹੈ ਬੇਲ ਐਪਲੀਕੇਸ਼ਨ ਦੇ ਵਿੱਚ, ਸੌਰੀ, ਉਹਨਾਂ ਨੇ ਇਹ ਫੈਕਟ ਤੇ ਆਰਗਿਊ ਕੀਤਾ ਹੈ ਕਿ ਸੁਮੇਧ ਸਿੰਘ ਸੈਣੀ ਨੇ ਕੁਐਸਚਨਿੰਗ ਦੇ ਦੌਰਾਨ ਕਿਹਾ ਹੈ ਕਿ ਜੀ ਮੈਨੂੰ ਕੁਝ ਨਹੀਂ ਪਤਾ, ਇਹ ਚੰਡੀਗੜ੍ਹ ਪੁਲਿਸ ਵਾਲਿਆਂ ਨੂੰ ਪਤਾ, ਉਹ ਜਵਾਬ ਦੇ ਸਕਦੇ ਆ ਕਿ ਕਿਹੜੇ ਬੰਦੇ ਦੇ ਕਿਹੜੇ ਕਾਗਜ਼ ਝੂਠੇ ਆ, ਕਿਹੜੇ ਨਹੀਂ, ਕਿੱਥੇ ਕਿਹਦੇ ਸਾਈਨ ਹੈ। ਇੱਕ ਚੀਜ਼ ਹੋ ਗਈ, ਸੁਮੇਧ ਸਿੰਘ ਸੈਣੀ ਨੇ ਆਪ ਬੰਦੇ ਨੂੰ ਟਾਰਚਰ ਕੀਤਾ, ਉਹਦੇ ਲਈ ਉਹ ਲਾਇਬਲ ਹੈ, ਪਰ ਸੁਮੇਧ ਸਿੰਘ ਸੈਣੀ ਨੇ ਝੂਠੇ ਕਾਗਜ਼ ਇਹਨਾਂ ਤੋਂ ਤਿਆਰ ਕਰਵਾਏ। ਇਹ ਪੁਲਿਸ ਵਾਲੇ ਚਾਰੋਂ ਉਹ ਸੀ ਜਿਨ੍ਹਾਂ ਨੇ ਸਾਰੇ ਝੂਠੇ ਡਾਕੂਮੈਂਟਸ ਤਿਆਰ ਕੀਤੇ, ਕਸਟੋਡੀਅਲ ਟਾਰਚਰ ਕੀਤਾ, ਇਲੀਗਲ ਐਬਡਕਸ਼ਨ ਦੇ ਵਿੱਚ ਵੀ ਇਨਵੋਲਵਡ ਸੀ। ਉਹ ਟੀਮਸ ਇਲੀਗਲ ਐਬਡਕਸ਼ਨ ਤੋਂ ਲੈ ਕੇ ਬੰਦੇ ਨੂੰ ਐਲੀਮੀਨੇਟ ਕਰਨ ਤੱਕ ਔਰ ਬਾਅਦ ਦੇ ਵਿੱਚ ਸਾਰਾ ਰਿਕਾਰਡ ਝੂਠਾ ਤਿਆਰ ਕਰਕੇ ਉਹਨੂੰ ਇੱਕ ਭਗੌੜਾ ਡਿਕਲੇਅਰ ਕਰਵਾਉਣ ਤੱਕ, ਪ੍ਰੋਕਲੇਮਡ ਅਫੈਂਡਰ ਡਿਕਲੇਅਰ ਕਰਵਾਉਣ ਤੱਕ, ਇਹ ਸਾਰਾ ਪ੍ਰੋਸੀਜਰ ਇਹ 4 ਪੁਲਿਸ ਵਾਲਿਆਂ ਨੇ ਕੀਤਾ ਸੀ। ਇਸ ਤੋਂ ਇਲਾਵਾ ਕੁਝ ਅਣਪਛਾਤੇ ਪੁਲਿਸ ਵਾਲੇ ਸੀ ਜਿਨ੍ਹਾਂ ਨੇ ਨਾਲ ਰੋਲ ਪਲੇ ਕੀਤਾ, ਜਿਨ੍ਹਾਂ ਦੀ ਇਹਨਾਂ ਦੇ ਕਸਟੋਡੀਅਲ ਇੰਟਰੋਗੇਸ਼ਨ ਦੇ ਵਿੱਚ ਨਾ ਆ ਸਕਦੇ ਸੀ, ਜਿਹਦੇ ਤੋਂ ਇਹ ਚੇਨ ਅੱਗੇ ਪ੍ਰੂਵ ਹੋਣੀ ਸੀ। ਇਹਦੇ ਵਿੱਚ 2 ਪੁਲਿਸ ਵਾਲੇ ਹੋਰ ਸੀ, ਬਲਦੇਵ ਸਿੰਘ ਸੈਣੀ ਐਂਡ ਸਤਬੀਰ, ਉਹਨਾਂ ਦੀ ਡੈਥ ਹੋ ਚੁੱਕੀ ਹੈ। ਦੇਵਰ ਦੀ ਵੰਸ ਜਿਹੜੇ ਟੀਮ ਹੈਡ ਕਰ ਰਹੇ ਸੀ, ਜਿੱਥੇ ਵੀ ਕਿਤੇ ਚੁੱਕਣ ਗਏ ਜਾਂ ਹੋਰ ਚੀਜ਼ਾਂ, ਉਹਨਾਂ ਕਰਕੇ ਇਹ ਸਾਰਾ ਲਿੰਕ ਉਹਨਾਂ ਤੋਂ ਪ੍ਰੂਵ ਹੋ ਰਿਹਾ ਸੀ। ਉਹਨਾਂ ਦੀ ਡੈਥ ਕਰਕੇ ਉਹ ਚੇਨ ਟੁੱਟ ਰਹੀ ਸੀ। ਤਾਂ ਸਾਡੀ ਪਲੀਜ਼ ਸੀ ਕਿ ਜੀ ਇਹਨਾਂ ਨੂੰ ਕਸਟਡੀ 'ਚ ਲੈ ਲਓ, ਇੰਨਾ ਪੁਰਾਣਾ ਕੇਸ ਹੈ, ਤਾਂ ਕਿ ਸੱਚਾਈ ਬਾਹਰ ਆ ਸਕੇ, ਕਿੱਥੇ ਬੋਡੀਜ਼ ਡਿਸਪੋਜ਼ ਆਫ ਕੀਤੀਆਂ ਉਹ ਫੈਕਟ ਲੱਭ ਸਕੇ ਔਰ ਕੁਝ ਤਫਤੀਸ਼ ਦੇ ਉੱਤੇ ਪ੍ਰੋਗਰੈਸ ਹੋ ਸਕੇ। ਇਸ ਤੋਂ ਇਲਾਵਾ ਅਸੀਂ ਬਲਵੰਤ ਸਿੰਘ ਮੁਲਤਾਨੀ ਦੇ ਸਾਈਨ ਦਿਖਾਏ, ਕਿਵੇਂ ਸਿਟਕੋ ਦੇ ਵਿੱਚ ਜਦੋਂ ਕੰਮ ਕਰਦੇ ਸੀ ਉਹਨਾਂ ਦੀ ਐਪਲੀਕੇਸ਼ਨਸ 'ਤੇ ਕੀ ਸਾਈਨ ਸੀ। ਉਹ ਸਾਈਨ ਜਮ੍ਹਾਂ ਤਲਾਸ਼ੀ ਦੇ ਹੋਏ ਸਾਈਨ ਤੋਂ ਟੋਟਲੀ ਡਿਫਰੈਂਟ ਹੈ, ਜਿਹਦਾ ਮਤਲਬ ਹੈ ਉਹ ਜਾਲੀ ਸਾਈਨ ਕੀਤੇ ਗਏ ਆ। ਉਹ 3 ਪੁਲਿਸ ਵਾਲੇ, ਇੱਕ ਪੁਲਿਸ ਵਾਲਾ ਹਰ ਜਗ੍ਹਾ ਡਾਕੂਮੈਂਟ ਸਾਈਨ ਕਰਦਾ, ਦੂਜੇ 2 ਐਜ਼ ਵਿਟਨੈਸ ਸਾਈਨ ਕਰਦੇ ਆ। ਜਿਸ ਜਗ੍ਹਾ ਤੁਸੀਂ ਸਾਈਨ ਦੀ ਗੱਲ ਕਰ ਰਹੇ ਹੋ, ਤੁਸੀਂ 4 ਪੁਲਿਸ ਵਾਲਿਆਂ ਦਾ ਨਾਮ ਲਿਆ ਹੈ, ਫਿਰ ਉਹ ਬੇਲ ਲੈਣ 'ਚ ਕਾਮਯਾਬ ਕਿੱਦਾਂ ਹੋਗੀ? ਜੇ ਕੇਸ ਹੈ ਨਾ ਸਟਰੋਂਗ ਬਣਿਆ ਹੋਇਆ, ਤੁਸੀਂ ਗਵਾਹੀਆਂ ਵੀ ਪੇਸ਼ ਕਰਦੇ ਹੋ, ਫਿਰ ਕਿੱਥੇ ਕਮੀ ਰਹਿ ਗਈ ਹੈ? ਦੇਖੋ, ਬੇਲ ਦਾ ਇਹ ਮਤਲਬ ਨਹੀਂ ਹੁੰਦਾ ਕਿ ਉਹ ਪੁਲਿਸ ਵਾਲੇ ਇਨੋਸੈਂਟ ਨੇ। 29 ਸਾਲ ਤੋਂ ਜਿਹੜੇ ਸਿਸਟਮ ਦੇ ਵਿੱਚ ਇੱਕ ਐਫਆਈਆਰ ਰਜਿਸਟਰ ਨਹੀਂ ਹੋਣ ਦਿੱਤੀ ਸੁਮੇਧ ਸੈਣੀ ਨੇ ਜਾਂ ਉਹਦੇ ਨਾਲ ਰਲੇ ਹੋਏ ਪੁਲਿਸ ਵਾਲਿਆਂ ਨੇ, ਹੁਣ ਆਪਣਾ ਇਨਫਲੂਐਂਸ ਯੂਜ਼ ਕਰਕੇ ਉਹਨਾਂ ਨੇ ਨਹੀਂ ਹੋਣ ਦਿੱਤੀ, ਤੇ ਓਬਵੀਅਸ ਹੈ ਕਿ ਤਫਤੀਸ਼ ਦੇ ਵਿੱਚ ਵੀ ਉਹ ਅੜਚਨਾ ਪਾਉਣਗੇ। ਕੋਰਟ ਨੇ ਤਾਂ ਸਿਰਫ ਇੰਨਾ ਫੀਲ ਕੀਤਾ ਹੈ ਕਿ ਠੀਕ ਹੈ ਇਨਵੈਸਟੀਗੇਸ਼ਨ ਜੁਆਇਨ ਕਰ ਲਓ, ਕਸਟਡੀ 'ਚ ਲੈਣ ਦੀ ਲੋੜ ਨਹੀਂ ਹੈ, ਔਰ ਉਹ ਕੋਆਪਰੇਟ ਕਰਨਗੇ। ਨਹੀਂ ਕਰਨਗੇ, ਉਹ ਕੰਡੀਸ਼ਨ ਲਾਤੀ ਹੈ ਉਹਨਾਂ 'ਤੇ ਕਿ ਕਰੋ, ਨਹੀਂ ਕਰੋਗੇ ਤੇ ਬੇਲ ਕੈਂਸਲੇਸ਼ਨ ਉਹਨਾਂ ਦੀ ਮੰਗੀ ਜਾ ਸਕਦੀ ਹੈ। ਹੁਣ ਉਸ ਕਰਕੇ ਇੱਕ ਐਂਟੀਸਪੇਟਰੀ ਬੇਲ ਅਲਾਉ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਉਹ ਐਕਵਿਟ ਹੋ ਗਏ ਹੈ ਜਾਂ ਉਹਨਾਂ ਨੂੰ ਕਲੀਨ ਚਿਟ ਮਿਲ ਗਿਆ, ਐਗਜ਼ੋਨਰੇਟ ਕਰ ਦਿੱਤੇ ਗਏ। ਇਹਦਾ ਮਤਲਬ ਸਿਰਫ ਇੰਨਾ ਹੈ ਕਿ ਕਸਟਡੀ 'ਚ ਲੈ ਕੇ ਇੰਟਰੋਗੇਟ ਕਰਨ ਦੀ ਲੋੜ ਨਹੀਂ ਹੈ, ਦੇ ਵਿਲ ਕੋਆਪਰੇਟ ਵਿਦ ਦੀ ਇਨਵੈਸਟੀਗੇਸ਼ਨ। ਕੋਰਟ ਨੇ ਇੰਨਾ ਕੁ ਫੇਥ
ਉਹਨਾਂ ਦੇ ਉੱਤੇ ਰਿਪੋਜ਼ ਕੀਤਾ ਹੈ। ਸਾਡੇ ਵੱਲੋਂ ਆਹ ਦਲੀਲ ਸੀ ਕਿ ਜੀ ਇਹਨਾਂ ਤੇ ਫੇਥ ਰਿਪੋਜ਼ ਨਹੀਂ ਕਰਨਾ ਚਾਹੀਦਾ, ਬਿਕੋਜ਼ ਯੂਨੀਫਾਰਮ ਦਾ ਫਰਜ਼ ਨਿਭਾਉਣ ਦੀ ਜਗ੍ਹਾ ਦੇ ਹੈਵ ਪ੍ਰੂਵ ਟੂ ਬੀ ਕ੍ਰਿਮੀਨਲਸ। ਵੀ ਇਹਨਾਂ ਨੇ ਬਜਾਏ ਦੇ ਵਰਦੀ ਪਾ ਕੇ ਲੋਕਾਂ ਦੀ ਜਾਨ ਬਚਾਉਣ, ਇਹਨਾਂ ਨੇ ਇਨੋਸੈਂਟ ਲੋਕਾਂ ਨੂੰ ਐਲੀਮੀਨੇਟ ਕੀਤਾ ਹੈ। ਜਿਸ ਤਰੀਕੇ ਨਾਲ ਹੁਣ ਸਿੱਟ ਸਾਹਮਣੇ ਪੇਸ਼ ਹੋਏ ਨੇ, ਪਹਿਲੀ ਉਹਨਾਂ ਦੀ ਪੇਸ਼ੀ ਪਈ ਹੈ ਸੁਮੇਧ ਸਿੰਘ ਸੈਣੀ ਦੀ, ਤੁਹਾਨੂੰ ਕੀ ਲੱਗਦਾ ਜੀ ਮੀਡੀਆ ਨੂੰ ਵੀ ਦੂਰ ਰੱਖਿਆ ਗਿਆ ਉੱਥੇ, ਜਿਵੇਂ ਪਹਿਲਾਂ ਹੀ ਜ਼ਿਕਰ ਕੀਤਾ ਕਿ ਮੀਡੀਆ ਨੂੰ ਉੱਥੇ ਰੂਬਰੂ ਨਹੀਂ ਹੋਣ ਦਿੱਤਾ ਗਿਆ ਸੁਮੇਧ ਸੈਣੀ ਦੇ, ਫਿਰ ਤੁਹਾਨੂੰ ਲੱਗਦਾ ਇਨਵੈਸਟੀਗੇਸ਼ਨ ਜਿਹੜੀ ਹੈ ਪੰਜਾਬ ਪੁਲਿਸ ਸਹੀ ਕਰੇਗੀ ਇਹਦੇ ਵਿੱਚ? ਦੇਖੋ, ਇਹਦੇ ਦੋ ਆਸਪੈਕਟਸ ਸਾਹਮਣੇ ਤੁਹਾਡੇ ਰੱਖਣੇ ਜ਼ਰੂਰੀ ਹੈ। ਪਹਿਲੀ ਗੱਲ ਤਾਂ ਜਿਵੇਂ ਸੁਮੇਧ ਸਿੰਘ ਸੈਣੀ ਨੇ ਪਹਿਲੀ ਪਲੀ ਲਈ ਕਿ ਜੀ ਮੈਨੂੰ ਤਾਂ ਵੈਂਡੇਟਾ ਕਰਕੇ ਰੋਪਨ ਕੀਤਾ ਜਾ ਰਿਹਾ, ਉਹਨੇ ਮੌਜੂਦਾ ਸੀਐਮ ਸਾਹਿਬ ਤੇ ਐਲੀਗੇਸ਼ਨ ਲਾਏ, ਜੋ ਕਿ ਬਿਲਕੁਲ ਗਲਤ ਹੈ ਔਰ ਝੂਠ ਹੈ। ਇਸ ਕੇਸ ਦੇ ਵਿੱਚ ਕਿਤੇ ਪੋਲੀਟੀਕਲ ਚੀਜ਼ ਹੁੰਦੀ ਤਾਂ 3 ਸਾਲ ਪਹਿਲਾਂ ਹੀ ਐਫਆਈਆਰ ਰਜਿਸਟਰ ਹੋ ਗਈ ਹੁੰਦੀ। ਸੁਮੇਧ ਸੈਣੀ ਦੇ ਰਿਟਾਇਰਮੈਂਟ ਦੀ ਜਾਂ ਖੁੱਡੇ ਲਾਈਨ ਪੋਸਟਿੰਗ ਦੀ ਵੀ ਕਿਸੇ ਨੇ ਪਰਵਾਹ ਨਹੀਂ ਕਰਨੀ ਸੀ, ਆਲਰੇਡੀ ਸਾਈਡ ਲਾਈਨ ਸੀ। ਇਨਫੈਕਟ 2015 ਤੋਂ ਹੀ ਸੁਮੇਧ ਸਿੰਘ ਸੈਣੀ ਸਾਈਡ ਲਾਈਨ ਸੀ। ਦੂਜੀ ਗੱਲ, ਉਹ ਡਿਫੈਂਸ ਉਹਨੇ ਤਾਂ ਹੀ ਲਿਆ ਕਿ ਵੀ ਮੈਨੂੰ ਬੈਨੀਫਿਟ ਮਿਲੇ ਕਿ ਬੜੇ ਹਾਇਰ ਅਪਸ ਇਹਦੇ ਪਿੱਛੇ ਹੈ। ਜੋ ਸੁਮੇਧ ਸਿੰਘ ਸੈਣੀ ਦੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਦਿਖਾਉਣ ਦੀ ਕਿ ਮੇਰੇ ਪਿੱਛੇ ਬੜੀਆਂ ਵੱਡੀਆਂ ਫੋਰਸਿਸ ਕੰਮ ਕਰ ਰਹੀਆਂ, ਉਹ ਟਿਪੀਕਲ ਡਰਾਮਾ ਇੱਥੇ ਇਨੈਕਟ ਹੋਇਆ ਹੈ। ਦੂਜੀ ਗੱਲ, ਜੇ ਇਸ ਕੇਸ ਦੇ ਵਿੱਚ ਪੰਜਾਬ ਪੁਲਿਸ ਨੇ ਐਫਆਈਆਰ ਨਾ ਦਰਜ ਕੀਤੀ ਹੁੰਦੀ ਕੰਪਲੇਂਟ ਦੇ ਉੱਤੇ, ਤਾਂ ਅਸੀਂ ਇਹ ਕਹਿਣ ਜੋਗਰੇ ਸੀ ਕਿ ਜੀ ਆਊਟਰਾਈਟਲੀ ਸਾਨੂੰ ਇਨਵੈਸਟੀਗੇਟਿਵ ਏਜੰਸੀ ਤੇ ਫੇਥ ਨਹੀਂ ਹੈ। ਇੱਥੇ ਜਦੋਂ ਕੰਪਲੇਂਟ ਦਿੱਤੀ ਹੈ ਕੰਪਲੇਨੈਂਟ ਨੇ, ਪਰਚਾ ਨਾਲ ਦੀ ਨਾਲ ਇਹਨਾਂ ਨੇ ਤਫਤੀਸ਼ ਕਰਕੇ ਵਿਦਿਨ ਡੇਜ਼ ਦਰਜ ਕਰਤਾ ਹੈ। ਸੋ ਉਸ ਕਰਕੇ ਇੱਕ ਵਾਰੀ ਤਾਂ ਸਾਡੇ ਕੋਲ ਇਨਵੈਸਟੀਗੇਟਿਵ ਏਜੰਸੀ ਤੇ ਡਾਊਟ ਕਰਨ ਦਾ ਕੋਈ ਕਾਰਨ ਨਹੀਂ ਹੈ। ਨਹੀਂ, ਮੇਰਾ ਅਸਲ ਸਵਾਲ ਇਹ ਕਿ ਜਿਵੇਂ 2011 ਦੇ ਵਿੱਚ ਸੀਬੀਆਈ ਦੀ ਐਫਆਈਆਰ ਰੱਦ ਕਰ ਦਿੰਦੀ ਹੈ ਕੋਰਟ, ਕੀ ਤੁਹਾਨੂੰ ਲੱਗਦਾ ਪੰਜਾਬ ਪੁਲਿਸ ਨੂੰ ਜੇ ਦੁਬਾਰਾ ਤਫਤੀਸ਼ ਕਰਦੀ ਉਹ ਐਫਆਈਆਰ ਦੇਖੀ ਜਾ ਸਕਦੀ ਹੈ ਸੀਬੀਆਈ ਦੀ, ਉਸ ਦੇ ਬਿਹਾਵ ਉੱਤੇ ਵੀ ਅੱਗੇ ਕਿਤੇ ਇਨਕੁਆਇਰੀ ਕਰ ਸਕਦੀ ਹੈ? ਬਿਲਕੁਲ ਕਰ ਸਕਦੀ ਹੈ। ਉਹਦਾ ਕਾਰਨ ਇਹ ਹੈ ਕਿ ਉਹ ਤਫਤੀਸ਼ ਦੇ ਵਿੱਚ ਵਿਟਨੈਸਿਸ ਦੀਆਂ ਸਟੇਟਮੈਂਟਸ ਨੇ, ਐਵੀਡੈਂਸ ਦਾ ਮਟੀਰੀਅਲ। ਆਨਰੇਬਲ ਕੋਰਟ ਨੇ ਥੋੜੀ ਕਦੇ ਕਿਹਾ ਸੀ ਕਿ ਆਹ ਸਾਰਾ ਕੁਝ ਜਿਹੜਾ ਹੈਗਾ ਇਹ ਡਿਸਟਰੋਏ ਕਰ ਦਿਓ, ਨਾ ਉਹਨਾਂ ਨੇ ਕਿਹਾ ਸਾਰਾ ਝੂਠਾ ਹੈ। ਮੈਰਿਟਸ ਤਾਂ ਕਿਤੇ ਕੇਸ ਦੀਆਂ ਟੱਚ ਹੀ ਨਹੀਂ ਕੀਤੀਆਂ ਗਈਆਂ। ਇਸ ਕੇਸ ਤਾਂ ਬੜੀ ਸਿੰਪਲ ਜੀ ਗੱਲ ਆਈ ਹੈ, ਉਹਨਾਂ ਨੇ ਇੱਕ ਟੈਕਨੀਕੈਲਿਟੀ ਤੇ ਕਿਹਾ ਕਿ ਅਸੀਂ ਕੁਐਸ਼ ਕਰ ਰਹੇ ਹਾਂ, ਆਟੋਮੈਟਿਕਲੀ ਐਜ਼ ਅ ਕਨਸੀਕੁਐਂਸ ਐਫਆਈਆਰ ਕੁਐਸ਼ ਹੁੰਦੀ ਹੈ। ਮੈਰਿਟਸ ਤਾਂ ਟੱਚ ਹੀ ਨਹੀਂ ਹੋਈਆਂ ਕੇਸ ਦੀ। ਔਰ ਹੁਣ ਜੇ ਆਪਾਂ ਪੰਜਾਬ ਪੁਲਿਸ ਰਿਕਾਰਡ ਲੈਂਦੀ ਹੈ, ਉਹ ਸੀਬੀਆਈ ਤੋਂ ਮੰਨ ਲਓ ਰਿਕਾਰਡ ਲੈਂਦੇ ਆ, ਤਾਂ ਵਿਟਨੈਸਿਸ ਦੀਆਂ ਸਟੇਟਮੈਂਟਸ ਆਉਣਗੀਆਂ ਉਹਨਾਂ ਕੋਲ। ਵੇਖੋ, ਜਿਹੜੇ ਵਿਟਨੈਸ ਆਉਣਾ ਚਾਹੁੰਦੇ ਸੀ ਅੱਗੇ, ਕਈ ਤਾਂ ਆਪ ਜਿਵੇਂ ਮਿਸਿਸ ਜੀ.ਕੇ. ਮਾਨ ਕੋਰਟ ਦੇ ਵਿੱਚ ਆ ਕੇ ਆਪ ਹੀ ਬਿਆਨ ਦਰਜ ਕਰਾ ਗਏ, ਫਿਰ ਉਸ ਤੋਂ ਬਾਅਦ 164 ਦੇ ਲਈ ਉਹਨਾਂ ਨੂੰ ਆਪ ਲੈ ਕੇ ਗਏ। ਪਹਿਲਾਂ 161 ਉਹਨਾਂ ਦੀ ਪੁਲਿਸ ਨੇ ਰਿਕਾਰਡ ਕੀਤੀ ਜਦੋਂ ਕੋਰਟ ਦੇ ਵਿੱਚੋਂ ਪੇਸ਼ ਹੋ ਗਏ, ਫਿਰ ਕੋਰਟ ਦੇ ਵਿੱਚ ਉਹਨਾਂ ਨੇ 164 ਕਰਵਾਈ। ਉਸ ਤੋਂ ਇਲਾਵਾ ਇੱਕ ਮਿਸਿਸ ਸਰਬਜੀਤ ਕੌਰ ਹੁਣ ਪੇਸ਼ ਹੋਏ ਹੈ। ਉਸ ਤਰ੍ਹਾਂ ਲੋਕੀ ਅੱਗੇ ਵੀ ਆ ਰਹੇ ਹੈ, ਕੁਝ ਸਟੇਟਮੈਂਟਸ ਰਿਕਾਰਡ ਵੀ ਹੋ ਰਹੀਆਂ, ਪਰ ਹੁੰਦਾ ਕੀ ਹੈ ਜਦੋਂ ਇੰਨੀ ਡਿਲੇ ਹੋ ਜਾਏ, ਕਹਿੰਦੇ ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ, ਕਿਤੇ ਨਾ ਕਿਤੇ ਵਿਟਨੈਸਿਸ ਦਾ ਵੀ ਹੌਸਲਾ ਟੁੱਟਦਾ ਹੈ। ਇਹ ਜ਼ਰੂਰ ਹੈ ਕਿ ਕ੍ਰਾਈਮ ਨੈਵਰ ਪੇਜ਼, ਕਿਤੇ ਨਾ ਕਿਤੇ ਤੁਸੀਂ ਉਸ ਚੀਜ਼ ਦੇ ਵਿੱਚ ਫਸ ਜਾਂਦੇ ਹੋ ਸੂਨਰ ਔਰ ਲੇਟਰ। ਸੋ ਉਸ ਕਰਕੇ ਰੱਬ ਦੇ ਵਿੱਚ ਸਾਡਾ ਵਿਸ਼ਵਾਸ ਵੀ ਹੈ ਕਿ ਹੌਲੀ ਹੌਲੀ ਲੋਕੀ ਅੱਗੇ ਵੀ ਆਉਣਗੇ, ਗਵਾਹ ਸਾਰੇ ਸੱਚਾਈ ਵੀ ਦੱਸਣਗੇ, ਐਵੀਡੈਂਸ ਵੀ ਸਾਰੀ ਰਿਕਾਰਡ ਤੇ ਆਊਗੀ ਔਰ ਕੇਸ ਚੱਲੂਗਾ ਵੀ ਅੱਗੇ। ਸੋ ਰੱਬ ਦੇ ਵਿੱਚ ਵਿਸ਼ਵਾਸ ਰੱਖ ਕੇ ਸਾਨੂੰ ਤਾਂ ਇੱਕ ਵਾਰੀ ਇਸ ਇਨਵੈਸਟੀਗੇਟਿਵ ਟੀਮ ਨੂੰ ਮੌਕਾ ਦੇਣਾ ਪੈਣਾ ਹੈ ਆਪਣੇ ਆਪ ਨੂੰ ਪ੍ਰੂਵ ਕਰਨ ਦਾ, ਇਸ ਤੋਂ ਪਹਿਲਾਂ ਕਿ ਅਸੀਂ ਕਿਤੇ ਕਹੀਏ ਕਿ ਇਨਵੈਸਟੀਗੇਸ਼ਨ ਟ੍ਰਾਂਸਫਰ ਕਰੋ ਸੀਬੀਆਈ ਨੂੰ ਜਾਂ ਕੁਝ ਹੋਰ। ਐਜ਼ ਆਫ ਨਾਓ ਸਾਡੀ ਕੋਈ ਪਲਾਨ ਨਹੀਂ ਹੈ, ਕਿਉਂਕਿ ਇੱਕ ਵਾਰੀ ਇਹਨਾਂ ਨੇ ਪਰਚਾ ਦਰਜ ਕੀਤਾ ਹੈ। ਹੁਣ ਇੱਕ ਵਾਰੀ ਸਾਨੂੰ ਇਹਨਾਂ ਤੇ ਫੇਥ ਰੱਖਣਾ ਚਾਹੀਦਾ ਹੈ ਕਾਨੂੰਨੀ ਤੌਰ ਤੇ। ਜਿਵੇਂ ਤੁਸੀਂ ਕਹਿ ਰਹੇ ਹੋ ਕਿ ਕੱਲ ਤੁਹਾਡੇ ਵੱਲੋਂ ਦਲੀਲ ਦਿੱਤੀ ਗਈ ਹੈ ਵੀ ਇਹਨਾਂ ਕੋਲ ਪੁੱਛਗਿੱਛ ਹੋਣੀ ਚਾਹੀਦੀ, ਜਿਹੜੇ 4 ਉੱਥੇ ਪੁਲਿਸ ਵਾਲੇ ਛੱਡੇ ਗਏ ਨੇ ਜਾਂ ਬੇਲ ਜਿਹਨਾਂ ਨੂੰ ਮਿਲ ਗਈ ਹੈ। ਦੂਸਰੇ ਪਾਸੇ ਤੁਸੀਂ ਉਹਨੇ ਇਹ ਵੀ ਗੱਲ ਕਹੀ ਹੈ ਕਿ ਪੰਜਾਬ ਪੁਲਿਸ ਜਿਹੜੀ ਹੈਗੀ, ਜਿਵੇਂ ਤੁਸੀਂ ਕਿਹਾ ਕਿ ਗੁਲਸ਼ਨ ਕੁਮਾਰ ਮਾਨ ਆਪ ਹੀ ਅਦਾਲਤ ਵਿੱਚ ਗਏ ਨੇ, ਉਹਨਾਂ ਨੇ ਕਿਹਾ ਕਿ ਮੈਂ ਇਸ ਵਿੱਚ ਗਵਾਹ ਹੈਗੀ ਹਾਂ, ਇਸ ਕੇਸ ਦੇ ਵਿੱਚ ਗਵਾਹ ਹੈਗੀ ਹਾਂ। ਫਿਰ ਤੁਹਾਨੂੰ ਨਹੀਂ ਲੱਗਦਾ ਸੀ ਕਿ ਇਹ ਪੰਜਾਬ ਪੁਲਿਸ ਦਾ ਕੰਮ ਹੈਗਾ ਸੀ ਕਿ ਗੁਲਸ਼ਨ ਕੁਮਾਰ ਮਾਨ ਨੂੰ ਆਪ ਉੱਥੇ ਗਵਾਹ ਬਣਾ ਕੇ ਕੋਰਟ ਵਿੱਚ ਪੇਸ਼ ਕਰਦੇ, ਬਜਾਏ ਕਿ ਡਾਇਰੈਕਟ ਜਾਂਦੇ ਉੱਥੇ? ਦੇਖੋ, ਮੰਨ ਲਓ ਪੁਲਿਸ ਵੱਲੋਂ ਡਿਲੇ ਹੋਈ, ਜਦੋਂ ਉਹ ਆਪ ਪੇਸ਼ ਹੋ ਵੀ ਗਏ, ਹੁਣ ਇੱਕ ਤਾਂ ਉਹ ਸੀਬੀਆਈ ਨੇ ਕਿਹੜੇ 70 ਵਿਟਨੈਸ ਐਗਜ਼ਾਮਿਨ ਕੀਤੇ ਉਹ ਕਿਸੇ ਨੂੰ ਨਹੀਂ ਪਤਾ, ਸੀਬੀਆਈ ਫਾਈਲ 'ਚੋਂ ਇਹਨਾਂ ਨੂੰ ਮਿਲਣਗੇ, ਉਹ ਫਾਈਲ ਅਜੇ ਤੱਕ ਮਿਲੀ ਨਹੀਂ। ਜਿੰਨੇ ਕੁ ਵਿਟਨੈਸਿਸ ਦੇ ਨਾਂ ਇਹਨਾਂ ਨੂੰ ਪਤਾ ਲੱਗ ਰਹੇ ਆ, ਉਹਨਾਂ ਦੀਆਂ ਸਟੇਟਮੈਂਟਸ ਰਿਕਾਰਡ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਉਸੇ ਤਰ੍ਹਾਂ ਮਿਸਿਸ ਜੀ.ਕੇ. ਮਾਨ ਕੋਰਟ 'ਚ ਆਏ, ਇਹਨਾਂ ਨੂੰ ਪਤਾ ਲੱਗਿਆ, ਅਗਲੇ ਦਿਨ ਇਹਨਾਂ ਨੇ ਉਹਨਾਂ ਦੀ 161 ਰਿਕਾਰਡ ਕਰ ਲਈ ਆਈਓ ਨੇ, ਔਰ ਉਸ ਤੋਂ ਅਗਲੇ ਦਿਨ 164 ਕੋਰਟ 'ਚ ਰਿਕਾਰਡ ਕਰਾਤੀ। ਸੋ ਇਨਵੈਸਟੀਗੇਸ਼ਨ ਭਾਵੇਂ ਹੌਲੀ ਚੱਲ ਰਹੀ ਹੈ, ਸਾਡੇ ਕੋਲ ਕੋਈ ਆਪਸ਼ਨ ਨਹੀਂ ਹੈ ਐਕਸੈਪਟ ਟਰਸਟਿੰਗ ਕਿ ਇਨਵੈਸਟੀਗੇਸ਼ਨ ਫੇਅਰ ਹੋਊਗੀ। ਹਾਲਾਂਕਿ ਇਹ ਵੀ ਐਵੀਡੈਂਟ ਹੈ ਕਿ ਸੁਮੇਧ ਸਿੰਘ ਸੈਣੀ ਦਾ ਕਿਤੇ ਨਾ ਕਿਤੇ ਉਹਦੀ ਹੈਲਪ ਹੋ ਰਹੀ ਹੈ ਪੁਲਿਸ ਸਰਕਲ ਦੇ ਵਿੱਚ। ਐਵੀਡੈਂਟ ਹੈ ਇਸ ਫੈਕਟ ਤੋਂ ਕਿ ਜਿੱਦਣ ਐਫਆਈਆਰ ਰਜਿਸਟਰ ਹੋਈ ਹੈ ਉਸੇ ਦਿਨ ਸੁਮੇਧ ਸੈਣੀ ਨੂੰ ਪਤਾ ਵੀ ਲੱਗ ਗਿਆ ਔਰ ਉਹਨਾਂ ਨੇ ਭੱਜਣ ਦੀ ਵੀ ਕੋਸ਼ਿਸ਼ ਕੀਤੀ ਹੈ। ਅਖਬਾਰਾਂ 'ਚ ਵੀ ਆਇਆ ਕਿ ਕਿਸ ਤਰ੍ਹਾਂ ਹਿਮਾਚਲ ਬਾਰਡਰ 'ਤੇ ਗਏ ਹੈ, ਉੱਥੇ ਰੋਕਿਆ ਗਿਆ ਹੈ, ਵੜਾ ਨਹੀਂ ਦਿੱਤਾ। ਹੁਣ ਕਰਫਿਊ ਦੇ ਟਾਈਮ ਦੇ ਵਿੱਚ ਸੁਮੇਧ ਸੈਣੀ ਭੱਜਿਆ। ਉਸ ਤੋਂ ਇਲਾਵਾ ਸੁਮੇਧ ਸਿੰਘ ਸੈਣੀ ਤੇ ਚੰਡੀਗੜ੍ਹ ਪੁਲਿਸ ਨੇ ਵੀ, ਡਿਸਪਾਈਟ ਦਾ ਫੈਕਟ ਕਿ ਐਸਪੀ ਨੇ ਰਿਕਾਰਡ ਤੇ ਕਿਹਾ ਕਿ ਹਾਂ ਸੁਮੇਧ ਸੈਣੀ ਐਸਪੀ ਦੇ ਹਿਮਾਚਲ ਦੇ ਬਾਰਡਰ ਤੇ ਆਏ ਸੀ, ਚੰਡੀਗੜ੍ਹ ਪੁਲਿਸ ਨੇ ਸੈਣੀ ਤੇ ਪਰਚਾ ਨਹੀਂ ਦਿੱਤਾ। 188 ਦੀ ਕਾਰਵਾਈ ਤਾਂ ਹੋਣੀ ਚਾਹੀਦੀ ਸੀ ਕਿ ਵੀ ਤੂੰ ਕਰਫਿਊ ਦੇ ਦੌਰਾਨ ਕਿਵੇਂ ਬਾਹਰ ਚਲਾ ਗਿਆ, ਕੋਈ ਸਰਵਿੰਗ ਡੀਜੀਪੀ ਤਾਂ ਹੈ ਨਹੀਂ, ਉਹ ਵੀ ਨਹੀਂ ਹੋਇਆ ਸੁਮੇਧ ਸੈਣੀ ਤੇ।
ਸੋ ਐਵੀਡੈਂਟਲੀ ਇਨਫਲੂਐਂਸ ਤਾਂ ਸੁਮੇਧ ਸਿੰਘ ਸੈਣੀ ਦਾ ਚੱਲ ਰਿਹਾ। ਤੁਸੀਂ ਚੰਡੀਗੜ੍ਹ ਪੁਲਿਸ ਵਾਲਿਆਂ ਨੂੰ ਪੁੱਛੋ ਕਿ ਤੁਸੀਂ ਕਿਉਂ ਨਹੀਂ ਕੀਤਾ, ਇੰਨਾ ਮੀਡੀਆ 'ਚ ਆਇਆ। ਮੇਰਾ ਇੱਕ ਆਖਰੀ ਸਵਾਲ ਤੁਹਾਨੂੰ ਇਹੀ ਹੈ ਕਿ ਜਿਸ ਤਰੀਕੇ ਨਾਲ ਸੀਬੀ ਦੀ ਮੈਂ ਪਰਚੇ ਦੀ ਗੱਲ ਕੀਤੀ ਹੈ ਕਿ ਜਿਹੜਾ 2011 ਦੇ ਵਿੱਚ ਕੋਰਟ ਉਹਨੂੰ ਕੈਂਸਲ ਕਰ ਦਿੰਦਾ ਹੈ, ਜਿਵੇਂ ਹੁਣ ਤੁਸੀਂ ਵੀ ਕਹਿ ਰਹੇ ਹੋ ਕਿ ਜੇ ਉਹੀ ਪਰਚਾ ਪੰਜਾਬ ਪੁਲਿਸ ਚੁੱਕ ਕੇ ਉਹੀ FIR ਚੁੱਕ ਕੇ ਜੇ ਉੱਥੇ ਜਾ ਕੇ ਇਨਵੈਸਟੀਗੇਸ਼ਨ ਕਰਦੀ ਹੈ ਕਿਤੇ ਨਾ ਕਿਤੇ, ਫਿਰ ਤੁਹਾਨੂੰ ਲੱਗਦਾ ਕਿ ਸੁਮੇਧ ਸੈਣੀ ਦੀ ਮੁਸ਼ਕਲਾਂ ਵੱਧ ਜਾਣਗੀਆਂ? ਦੇਖੋ CBI ਤੋਂ ਡਾਕੂਮੈਂਟਸ ਲੈਣ ਦਾ ਮੇ ਬੀ ਪ੍ਰੋਸੀਜਰ ਇਨੀਸ਼ੀਏਟ ਹੋਇਆ ਹੋਵੇ ਐਜ਼ ਅ ਕੰਪਲੇਨੈਂਟ ਕਾਊਂਸਲ, ਕਿਉਂਕਿ ਮੈਂ ਕੰਪਲੇਨੈਂਟ ਦਾ ਵਕੀਲ ਹਾਂ, ਮੈਨੂੰ ਇਨਵੈਸਟੀਗੇਸ਼ਨ ਦੀ ਨੌਲੇਜ ਨਹੀਂ ਹੈ। ਹੋ ਸਕਦਾ ਹੈ ਫਾਈਲ ਉੱਥੋਂ ਲੈ ਵੀ ਰਹੇ ਹੋਣ, ਹੋ ਸਕਦਾ ਗਵਾਹ ਆਲਰੇਡੀ ਇਕੱਠੇ ਕਰ ਰਹੇ ਹੋਣ, ਕੀ ਚੀਜ਼ਾਂ ਇਹਨਾਂ ਕੋਲ ਆ ਰਹੀਆਂ ਹੁਣ, ਕੁਝ ਡਾਕੂਮੈਂਟਸ ਅਸੀਂ ਪ੍ਰੋਵਾਈਡ ਕੀਤੇ ਹੈ। ਹੁਣ ਹੌਲੀ ਚੱਲ ਰਹੇ ਹੋਵੇ ਹੋਣ ਜਾਂ ਬਿਲਕੁਲ ਹੀ ਹੌਲੀ ਨਹੀਂ ਵਰਗੇ ਹੀ ਚੱਲ ਰਹੇ ਹੋਣ, ਕੁਛ ਨਾ ਕੁਛ ਤਾਂ ਕਰ ਰਹੇ ਹੋਣਗੇ ਆਮ ਸ਼ੋਰ। ਜੇ ਨਾ ਮੇਰਾ ਜੇ CBI ਦੀ FIR ਚੁੱਕ ਲੈਂਦੇ ਨੇ ਪੰਜਾਬ ਪੁਲਿਸ, ਤਾਂ ਕਿਤੇ ਨਾ ਕਿਤੇ ਸੁਮੇਧ ਸੈਣੀ ਦੀ ਮੁਸ਼ਕਲਾਂ ਵੱਧ ਜਾਣਗੀਆਂ। ਉਹ ਤਾਂ ਵੈਸੇ ਵੀ ਵੱਧ ਗਈਆਂ। ਦੇਖੋ ਇੱਕ ਸਿੰਪਲ ਜੀ ਗੱਲ ਸਮਝੋ, 29 ਸਾਲ ਤੋਂ ਜਿਹੜਾ ਕੇਸ ਉਹਨੇ ਦੱਬਿਆ ਸੀ, ਰੱਬ ਦੀ ਮਿਹਰ ਰਹੀ। ਦੇਖੋ ਕੁਝ ਚੀਜ਼ਾਂ ਨੇ, ਮੈਂ ਰੱਬ ਵਿੱਚ ਬਹੁਤ ਵਿਸ਼ਵਾਸ ਰੱਖਦਾ, ਤੇ ਇਸ ਨਾ ਤੁਹਾਡੇ ਹੱਥ ਨੇ ਨਾ ਸਾਡੇ ਹੱਥ ਨੇ, ਇਹ ਰੱਬ ਦੇ ਹੱਥ ਨੇ, ਰੱਬ ਦਾ ਕਰਿਸ਼ਮਾ ਹੈ, ਉਹਦੀ ਲਾਠੀ 'ਚ ਆਵਾਜ਼ ਨਹੀਂ ਹੈ। ਹੁਣ ਸੁਮੇਧ ਸਿੰਘ ਸੈਣੀ ਨੇ ਇੰਨੀ ਤਸ਼ੱਦਦ ਕਰਤੀ ਹਰ ਪਾਸੇ, ਔਰ ਰੱਬ ਨੇ ਆਪ ਪਰਚਾ ਕਰਾਤਾ। ਹੁਣ ਜਿਹੜੀ ਪੰਜਾਬ ਪੁਲਿਸ ਤੇ ਸ਼ਾਇਦ ਤੁਸੀਂ ਜਾਂ ਮੈਂ ਨਾ ਫੇਥ ਕਰਤੇ, ਉਸ ਪੰਜਾਬ ਪੁਲਿਸ ਨੇ ਪਰਚਾ ਦੇਤਾ। ਹੁਣ ਉਹ ਇੱਜ਼ਤ ਦੇ ਰਹੇ ਆ ਸੈਣੀ ਨੂੰ, ਮੈਂ ਹੈਰਾਨ ਹਾਂ। ਪਰਚਾ ਤਾਂ ਇੱਕ ਵਾਰੀ ਹੋ ਗਿਆ। ਹੁਣ ਉਸ ਤੋਂ ਅੱਗੇ ਜੇ ਆਪਾਂ ਦੇਖੀਏ, ਮੁਸ਼ਕਿਲਾਂ ਰੱਬ ਨੇ ਵਧਾਉਣੀਆਂ ਤਾਂ ਰੱਬ ਵਧਾ ਕੇ ਹਟੂ, ਨਿਕਲਣ ਅਸੀਂ ਨਹੀਂ ਦੇਣਾ। ਰੱਬ 'ਚ ਫੇਥ ਰੱਖ ਕੇ ਅਸੀਂ ਲੜ ਰਹੇ ਹਾਂ, ਔਰ ਜਿੱਤ ਮੈਂ ਤੁਹਾਡੀ ਚੈਨਲ 'ਤੇ ਵੀ ਕਹਿ ਦਿੰਦਾ, ਇਨਸਾਫ ਦੀ ਜਿੱਤ ਹੋਊਗੀ। ਅਸੀਂ ਇਨਸਾਫ ਮੰਗ ਰਹੇ ਹਾਂ, ਅਸੀਂ ਗਲਤ ਨਹੀਂ ਹਾਂ, ਸੱਚਾਈ ਦੀ ਜਿੱਤ ਹੋਊਗੀ, ਪਰ ਇਹ ਜਿੱਤ ਹੋਊਗੀ ਔਰ ਐਕਚੁਅਲੀ ਇਹ ਜਿੱਤ ਸਿਰਫ ਤੁਹਾਡੀਆਂ ਅਰਦਾਸਾਂ ਕਰਕੇ ਹੋਊਗੀ। ਕਿਉਂਕਿ ਮੈਨੂੰ ਇੰਨੇ ਲੋਕਾਂ ਨੇ ਫੋਨ ਕੀਤੇ, ਇੰਨਿਆਂ ਨੇ ਮੈਸੇਜ ਪਾਏ ਹੈ ਅਨਨੋਨ ਨੰਬਰਸ ਤੋਂ ਕਿ ਜੀ ਤੁਹਾਡੇ ਲਈ ਸਾਡੀਆਂ ਅਰਦਾਸਾਂ, ਸੁਮੇਧ ਸੈਣੀ ਨੇ ਆਹ ਗਲਤ ਕੰਮ ਕੀਤੇ, ਆਹ ਕੀਤੇ, ਅਤੇ ਅਸੀਂ ਪ੍ਰੇ ਕਰਦੇ ਹਾਂ ਕਿ ਤੁਸੀਂ ਜਿੱਤੋ। ਇਹ ਜਿੱਤ ਸਿਰਫ ਇਨਸਾਫ ਦੀ ਅਤੇ ਤੁਹਾਡੀਆਂ ਅਰਦਾਸਾਂ ਦੀ ਹੋਣੀ ਹੈ। ਸਾਡੀ ਮਿਹਨਤ ਦਾ ਕੋਈ ਉਹਦੇ 'ਚ ਰੋਲ ਨਹੀਂ ਹੋਣਾ। ਅਸੀਂ ਮਿਹਨਤ ਪਹਿਲਾਂ ਵੀ ਕਰਦੇ ਰਹੇ, ਅੱਗੇ ਵੀ ਕਰਦੇ ਰਹਾਂਗੇ, ਪਰ ਰੱਬ ਦਾ ਕਰਿਸ਼ਮਾ ਹੋਊਗਾ, ਕਿਉਂਕਿ ਉਹ ਕਹਿੰਦੇ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ। ਇਹ ਤੁਹਾਡੀ ਅਰਦਾਸ ਹੋਊਗੀ ਉਹਨਾਂ ਤੁਹਾਡੇ ਸਾਰਿਆਂ ਦੀ, ਤੁਹਾਡੇ ਦਰਸ਼ਕਾਂ ਦੀ, ਬਾਕੀ ਲੋਕਾਂ ਦੀ, ਔਰ ਇਨਸਾਫ ਦੀ ਜਿੱਤ। ਇਹ ਸਨ ਸਾਡੇ ਨਾਲ ਪ੍ਰਦੀਪ ਵਿਰਕ, ਜਿਹੜੀ ਕਿ ਸੁਮੇਧ ਸੈਣੀ ਦੇ ਕੇਸ ਦੇ ਖਿਲਾਫ ਲੜ ਰਹੇ ਨੇ ਕਿ ਕਿਸ ਤਰੀਕੇ ਨਾਲ ਜਾ ਕੇ ਹੁਣ ਅੱਗੇ ਜਿਹੜਾ ਹੈ ਕੇਸ ਨੂੰ ਸਟਰੋਂਗ ਕੀਤਾ ਜਾਵੇ, ਕਿਉਂਕਿ ਹੁਣ ਗਵਾਹ ਆਉਣੇ ਸ਼ੁਰੂ ਹੋ ਗਏ ਨੇ। ਜਿਸ ਤਰੀਕੇ ਨਾਲ ਗੱਲ ਕੀਤੀ ਹੈ ਕਿ ਗੁਲਸ਼ਨ ਕੌਰ ਮਾਨ ਵੀ ਹੁਣ ਕੋਰਟ ਵਿੱਚ ਪੇਸ਼ ਹੋਏ ਨੇ, ਤਾਂ ਕਿਤੇ ਨਾ ਕਿਤੇ ਮੁਸ਼ਕਲਾਂ ਵੱਧ ਸਕਦੀਆਂ ਨੇ। ਜੇ 2011 ਦੇ ਵਿੱਚ ਜਿਹੜੀ FIR ਦਰਜ ਕੀਤੀ ਗਈ ਸੀ CBI ਵੱਲੋਂ, ਉਹ ਕੋਰਟ ਨੇ ਰੱਦ ਕਰ ਦਿੱਤੀ ਸੀ। ਜੇ ਪੰਜਾਬ ਪੁਲਿਸ ਉਸੇ ਹੀ FIR ਨੂੰ ਦੁਬਾਰਾ ਚੁੱਕ ਕੇ ਇਨਵੈਸਟੀਗੇਸ਼ਨ ਕਰਦੀ ਹੈ, ਫਿਰ ਕਿਤੇ ਨਾ ਕਿਤੇ ਸੁਮੇਧ ਸੈਣੀ ਵਾਸਤੇ ਨਿਕਲਣਾ ਔਖਾ ਹੋ ਜਾਊਗਾ। ਜਿਵੇਂ ਹੁਣ ਸਿੱਟ ਬਣ ਗਈ ਹੈ, ਪੇਸ਼ ਵੀ ਹੋ ਚੁੱਕੇ ਨੇ ਉੱਥੇ ਜਾ ਕੇ, ਪਰ ਕੀ ਗੱਲਾਂ ਹੋਈਆਂ ਨੇ ਇਹ ਤਾਂ ਹੁਣ ਅੰਦਰ ਇਨਵੈਸਟੀਗੇਸ਼ਨ ਵਾਲੇ ਹੀ ਜਾਣਦੇ ਨੇ। ਪਰ ਕਿਤੇ ਨਾ ਕਿਤੇ ਜਾ ਕੇ ਕੇਸ ਨਾਲ ਜੁੜੀਆਂ ਜਿਹੜੀ ਤਾਰਾਂ ਹੈਗੀਆਂ ਨੇ, ਅੱਗੇ ਕਿਤੇ ਨਾ ਕਿਤੇ ਉਹ ਜਾ ਕੇ ਬਾਹਰ ਆਉਣਗੀਆਂ। ਇਹ ਤਾਰਾਂ ਅੱਗੇ ਜਾ ਕੇ ਜੁੜਦੀਆਂ ਜਾ ਰਹੀਆਂ ਨੇ, ਗਵਾਹ ਆਉਂਦੇ ਜਾ ਰਹੇ ਨੇ। ਹੁਣ ਜਿਵੇਂ ਪ੍ਰਦੀਪ ਜੀ ਨੇ ਵੀ ਕਿਹਾ ਕਿ ਇਹ ਹੁਣ ਕੇਸ ਨੂੰ ਹੋਰ ਸਟਰੋਂਗ ਬਣਾਉਣਗੇ, ਤਾਂ ਜਿਹੜਾ ਇਨਸਾਫ ਹੈ, ਜਿਹੜੇ ਗਰੀਬ ਲੋਕਾਂ ਦਾ ਇਨਸਾਫ ਹੈ, ਜਾਂ ਜਿਹੜੇ ਉੱਥੇ ਇਨੋਸੈਂਟ ਵਿਅਕਤੀ ਮਾਰੇ ਗਏ ਸੀ, ਉਹਨਾਂ ਨੂੰ ਉਹਨਾਂ ਦਾ ਬਣਦਾ ਇਨਸਾਫ ਜਿਹੜਾ ਦਵਾ ਕੇ ਰਹਿਣਗੇ।